ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਸਿੱਖੀ ਦਾ ਮੂਲ ਮੰਤਰ ਹੈ। ਮੂਲ ਮੰਤਰ ਦਾ ਭਾਵ ਹੈ ਮੁੱਢਲਾ ਉਪਦੇਸ਼। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ 33 ਵਾਰ ਇਸ ਪੂਰਨ ਸਰੂਪ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੀਦਾਰ ਹੁੰਦੇ ਹਨ। ਇਸ ਤੋਂ ਇਲਾਵਾ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ ਇਸ ਸਰੂਪ ਦੇ 8 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੀਦਾਰ ਹੁੰਦੇ ਹਨ। ਇੱਕ ਓੰਕਾਰ ਸਤਿਨਾਮ ਗੁਰ ਪ੍ਰਸਾਦ ਇਸ ਸਰੂਪ ਦੇ 2 ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੀਦਾਰ ਹੁੰਦੇ ਹਨ। ਇੱਕ ਓੰਕਾਰ ਸਤ ਗੁਰ ਪ੍ਰਸਾਦ 523 ਵਾਰ ਇਸ ਸਰੂਪ ਦੇ ਦੀਦਾਰ ਹੁੰਦੇ ਹਨ। ਸੋ ਲਗਭਗ 567 ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮੂਲ ਮੰਤਰ ਦੇ ਸੰਪੂਰਨ ਅਤੇ ਸੰਖੇਪ ਰੂਪ ਵਿੱਚ ਦੀਦਾਰ ਹੁੰਦੇ ਹਨ। ਮੂਲ ਮੰਤਰ ਦੇ ਸ਼ੁਰੂ ਵਿੱਚ ਲੱਗਿਆ ਹੋਇਆ ਏਕਾ, ਜਿਸ ਦਾ ਭਾਵ ਹੈ ਕਿ ਪਰਮਾਤਮਾ ਕੇਵਲ ਅਤੇ ਕੇਵਲ ਇੱਕ ਹੈ। ਉਹ ਇੱਕ ਪਰਮਾਤਮਾ ਜਿਹੜਾ ਹੈ, ਇੱਕ ਰਸ ਆਪਣੀ ਰਚਨਾ, ਆਪਣੀ ਸ੍ਰਿਸ਼ਟੀ, ਸਾਰੇ ਸੰਸਾਰ ਦੇ ਵਿੱਚ ਵਿਆਪਕ ਹੈ। ਨਾਮ ਉਸ ਦਾ ਸਦਾ ਕਾਇਮ ਰਹਿਣ ਵਾਲਾ ਹੈ। ਉਹ ਸਦੀਵੀ ਹੋਂਦ ਵਾਲਾ ਹੈ। ਉਹ ਸਭ ਕੁਝ ਕਰਨ ਵਾਲਾ ਹੈ, ਸਭ ਕੁਝ ਬਣਾਉਣ ਵਾਲਾ ਹੈ ਅਤੇ ਸਭ ਕੁਝ ਬਣਾ ਕੇ ਉਸ ਦੇ ਵਿੱਚ ਵਿਆਪਕ ਹੈ। ਉਹ ਡਰ ਤੋਂ ਰਹਿਤ ਹੈ। ਉਹ ਕਿਸੇ ਤੋਂ ਡਰਦਾ ਨਹੀਂ। ਉਹ ਕਿਸੇ ਦੇ ਨਾਲ ਵੈਰ ਜਾਂ ਦੁਸ਼ਮਣੀ ਨਹੀਂ ਰੱਖਦਾ। ਉਹ ਕਿਸੇ ਦੇ ਨਾਲ ਦੁਸ਼ਮਣੀ ਨਹੀਂ ਪਾਲਦਾ। ਉਹ ਵੈਰ ਰਹਿਤ ਹੈ। ਉਸ ਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈ, ਸਮੇਂ ਦਾ ਕੋਈ ਅਸਰ ਨਹੀਂ ਹੈ ਅਤੇ ਨਾ ਹੀ ਉਹ ਦੁਨੀਆ ਦੇ ਵਿੱਚ ਪੈਂਦਾ ਹੈ, ਨਾ ਹੀ ਉਹ ਜਨਮ ਮਰਨ ਦੇ ਗੇੜ ਵਿੱਚ ਆਉਂਦਾ ਹੈ ਅਤੇ ਨਾ ਹੀ ਉਸ ਨੂੰ ਕਿਸੇ ਨੇ ਜਨਮ ਦਿੱਤਾ ਹੈ। ਉਹ ਆਪਣੇ ਆਪ ਤੋਂ ਹੈ, ਸੁਤੇ ਪ੍ਰਕਾਸ਼। ਇਹੋ ਜਿਹਾ ਪਰਮਾਤਮਾ ਗੁਰੂ ਦੇ ਰਾਹੀਂ, ਗੁਰੂ ਦੀ ਕਿਰਪਾ ਰਾਹੀਂ, ਗੁਰੂ ਦੀ ਮਿਹਰ ਦੇ ਰਾਹੀਂ ਪ੍ਰਾਪਤ ਹੁੰਦਾ ਹੈ। ਸੋ ਸਤਿਗੁਰੂ ਜੀ ਨੇ ਇਹਨਾਂ ਪੰਕਤੀਆਂ ਦੇ ਅੰਦਰ ਸਮਝਾਇਆ ਹੈ ਕਿ ਪਰਮਾਤਮਾ ਇੱਕ ਹੈ ਅਤੇ ਇੱਕ ਰਸ ਵਿਆਪਕ ਹੈ। ਉਸ ਪਰਮਾਤਮਾ ਦੇ ਅਨੇਕਾਂ ਹੀ ਰੂਪ ਦੇਖਣ ਨੂੰ ਮਿਲਦੇ ਹਨ, ਪਰ ਉਹ ਇੱਕ ਹੀ ਹੈ। ਜਿਸ ਤਰ੍ਹਾਂ ਭਗਤ ਨਾਮਦੇਵ ਜੀ ਸਮਝਾਉਂਦੇ ਹਨ ਕਿ ਪਾਣੀ ਦੇ ਅਨੇਕਾਂ ਰੂਪ ਦੇਖਣ ਨੂੰ ਮਿਲਦੇ ਹਨ। ਪਾਣੀ ਦੀ ਝੱਗ, ਪਾਣੀ ਦੇ ਉੱਤੇ ਪੈਦਾ ਹੋਇਆ ਬੁਲਬੁਲਾ, ਪਾਣੀ ਦੇ ਉੱਤੇ ਪੈਦਾ ਹੋਈ ਲਹਿਰ, ਸਭ ਪਾਣੀ ਦੇ ਹੀ ਵੱਖੋ ਵੱਖਰੇ ਰੂਪ ਹਨ। ਠੀਕ ਇਸੇ ਹੀ ਤਰ੍ਹਾਂ ਸਤਿਗੁਰੂ ਜੀ ਸਮਝਾਉਂਦੇ ਹਨ, ਏਕ ਹੈ, ਅਨੇਕ ਹੈ, ਫਿਰ ਏਕ ਹੈ। ਸੋ ਪਰਮਾਤਮਾ ਇੱਕ ਹੈ, ਉਸ ਦੇ ਅਨੇਕਾਂ ਰੂਪ ਹਨ। ਫਿਰ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਉਹ ਪਰਮਾਤਮਾ ਸਦੀਵੀ ਹੋਂਦ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਬਾਕੀ ਸਾਰਾ ਸੰਸਾਰ ਜਿਹੜਾ ਹੈ ਉਹ ਬਿਨਸਨਹਾਰ ਹੈ, ਆਉਣ ਜਾਣ ਦੇ ਚੱਕਰ ਵਿੱਚ ਪਿਆ ਹੋਇਆ ਹੈ। ਇੱਥੋਂ ਤੱਕ ਕਿ ਇਹ ਸੂਰਜ, ਇਹ ਚੰਦਰਮਾ ਔਰ ਸੰਸਾਰ ਦੀਆਂ ਹੋਰ ਕਈ ਚੀਜ਼ਾਂ, ਵਸਤੂਆਂ ਜਿਹੜੀਆਂ ਹਨ ਬਿਨਸਨਹਾਰ ਹਨ। ਪਰ ਇੱਕ ਪਰਮਾਤਮਾ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਸਦੀਵੀ ਹੋਂਦ ਵਾਲਾ ਹੈ, ਉਹ ਕਦੇ ਨਾਸ਼ ਨਹੀਂ ਹੁੰਦਾ। ਉਹ ਪਰਮਾਤਮਾ ਸਭ ਕੁਝ ਬਣਾਉਣ ਵਾਲਾ ਹੈ। ਹੁਣ ਇਹ ਜੋ ਉੱਪਰ ਅਸੀਂ ਆਕਾਸ਼ ਤੱਕਦੇ ਹਾਂ, ਜਿਸ ਨੂੰ ਕੋਈ ਥੰਮੀ ਨਹੀਂ ਲੱਗੀ ਹੋਈ, ਬਿਨ ਥੰਮਾ ਗਗਨ ਰਹਾਇਆ, ਇਹ ਉਸ ਪਰਮਾਤਮਾ ਦੀ ਰਚਨਾ ਹੈ। ਇਹ ਜੋ ਸੂਰਜ ਹੈ, ਚੰਦਰਮਾ ਹੈ, ਇੱਥੋਂ ਤੱਕ ਕਿ ਸਤਿਗੁਰੂ ਜੀ ਨੇ ਸਮਝਾਇਆ ਹੈ ਕਿ ਪਰਮਾਤਮਾ ਦੀ ਰਚਨਾ ਵਿੱਚ ਇੱਕ ਸੂਰਜ ਨਹੀਂ, ਪਰਮਾਤਮਾ ਦੀ ਰਚਨਾ ਦੇ ਵਿੱਚ ਅਣਗਿਣਤ ਹੀ ਸੂਰਜ ਹਨ, ਅਣਗਿਣਤ ਹੀ ਚੰਦਰਮੇ ਹਨ, ਅਣਗਿਣਤ ਹੀ ਧਰਤੀਆਂ ਹਨ। ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ। ਸਤਿਗੁਰੂ ਜੀ ਸਮਝਾਉਂਦੇ ਹਨ ਕਿ ਪਰਮਾਤਮਾ ਦੀ ਰਚਨਾ ਵਿੱਚ ਕਿਤਨੇ ਹੀ ਸੂਰਜ ਹਨ, ਕਿਤਨੇ ਹੀ ਚੰਦਰਮੇ ਹਨ, ਕਿਤਨੀਆਂ ਹੀ ਧਰਤੀਆਂ ਹਨ ਅਤੇ ਇਹਨਾਂ ਨੂੰ ਪੈਦਾ ਕਰਨ ਵਾਲਾ ਇੱਕ ਪਰਮਾਤਮਾ ਹੀ ਹੈ। ਇਹ ਕਿਸੇ ਮਨੁੱਖ ਦੀ ਬਣਾਈ ਹੋਈ ਧਰਤੀ ਨਹੀਂ ਹੈ। ਇਹ ਸੂਰਜ ਕਿਸੇ ਮਨੁੱਖ ਦਾ ਬਣਾਇਆ ਹੋਇਆ ਨਹੀਂ ਹੈ। ਇਹ ਪਰਮਾਤਮਾ ਦੀ ਰਚਨਾ ਹੈ ਅਤੇ ਪਰਮਾਤਮਾ ਦਾ ਬਣਾਇਆ ਹੋਇਆ ਹੈ। ਪੁਰਖ ਦਾ ਭਾਵ ਹੈ ਕਿ ਸਭ ਕੁਝ ਬਣਾ ਕੇ ਅਤੇ ਉਸ ਦੇ ਵਿੱਚ ਉਹ ਪਰਮਾਤਮਾ ਵਿਆਪਕ ਹੈ। ਜਦੋਂ ਪਰਮਾਤਮਾ ਦੀ ਗੱਲ ਕੀਤੀ ਜਾਂਦੀ ਹੈ ਅਤੇ ਵੱਖੋ ਵੱਖ ਧਰਮਾਂ ਨੇ ਆਪੋ ਆਪਣੇ ਕਿਆਸ ਰਾਈਆਂ ਲਗਾਈਆਂ ਹਨ। ਜਿਵੇਂ ਕਿ ਹਿੰਦੂ ਫਿਲਾਸਫੀ ਦੇ ਅਨੁਸਾਰ ਕਿਹਾ ਜਾਂਦਾ ਹੈ ਕਿ ਪਹਿਲਾਂ 3 ਦੇਵਤੇ ਆਏ ਅਤੇ ਉਹਨਾਂ ਦੇਵਤਿਆਂ ਤੋਂ ਅੱਗੇ ਸ੍ਰਿਸ਼ਟੀ ਦੀ ਰਚਨਾ ਹੋਈ। ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਵਿਚਾਰ ਦਿੱਤੇ ਜਾਂਦੇ ਹਨ।
ਈਸਾਈ ਮਤ ਦਾ ਵਿਚਾਰ ਹੈ ਕਿ ਪਰਮਾਤਮਾ ਨੂੰ ਸੰਸਾਰ ਬਣਾਉਣ ਲੱਗਿਆਂ 1 ਹਫ਼ਤੇ ਦਾ ਸਮਾਂ ਲੱਗਿਆ ਅਤੇ ਐਤਵਾਰ ਦੇ ਦਿਨ ਪਰਮਾਤਮਾ ਨੇ ਦਮ ਲਿਆ। ਇਸਲਾਮ ਦੇ ਮੁਤਾਬਕ ਖੁਦਾ ਨੇ ਪਰਮਾਤਮਾ ਨੇ ਕੁਨ ਕਿਹਾ ਅਤੇ ਸ੍ਰਿਸ਼ਟੀ ਬਣ ਗਈ। ਹੁਣ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਹਿੰਦੂ ਗ੍ਰੰਥਾਂ ਵਿੱਚ ਇਹ ਵੀ ਮਿਲਦਾ ਹੈ ਕਿ ਜਦੋਂ ਇਹ ਸੂਰਜ ਨਹੀਂ ਸੀ, ਚੰਦਰਮਾ ਨਹੀਂ ਸੀ ਅਤੇ ਕੇਵਲ ਅਤੇ ਕੇਵਲ ਧੁੰਦ ਗੁਬਾਰ ਹੀ ਸੀ। ਇਹ ਧੁੰਦ ਗੁਬਾਰ ਛਤੀ ਯੁੱਗ ਰਹੀ। ਹੁਣ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਅਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਚਨ ਮਿਲਦੇ ਹਨ, ਅਰਬਦ ਨਰਬਦ ਧੁੰਦੂ ਘਾਰਾ, ਧਰਨ ਨਾ ਗਗਨ ਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਇੰਦਾ। ਸਤਿਗੁਰੂ ਜੀ ਦਾ ਵਿਸ਼ਵਾਸ ਹੈ ਕਿ ਪਰਮਾਤਮਾ ਉਸ ਵਕਤ ਵੀ ਮੌਜੂਦ ਸੀ ਅਤੇ ਉਸ ਵਕਤ ਪਰਮਾਤਮਾ ਸੁਣ ਦੀ ਅਵਸਥਾ ਦੇ ਵਿੱਚ ਸੀ, ਸਮਾਧੀ ਦੀ ਅਵਸਥਾ ਦੇ ਵਿੱਚ ਸੀ, ਭਾਵ ਕਿ ਆਪਣੇ ਆਪ ਵਿੱਚ ਮਗਨ ਸੀ। ਫਿਰ ਪਰਮਾਤਮਾ ਦੀ ਆਪਣੀ ਰਜ਼ਾ ਹੋਈ, ਆਪਣੀ ਮਰਜ਼ੀ ਹੋਈ ਅਤੇ ਪਰਮਾਤਮਾ ਨੇ ਆਪਣੇ ਆਪ ਨੂੰ ਉਦਕਰ ਕਿਹਾ। ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਇਸੇ ਹੀ ਤਰ੍ਹਾਂ ਦੇ ਬਚਨ ਭਗਤ ਨਾਮਦੇਵ ਜੀ ਦੇ ਮਿਲਦੇ ਹਨ, ਪਹਿਲ ਪੁਰੀਏ ਪੁਨਰ ਕਵੰਨਾ। ਸੋ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਪਰਮਾਤਮਾ ਨੇ ਆਪਣੀ ਰਚਨਾ ਆਪ ਕੀਤੀ। ਆਸਾ ਕੀ ਵਾਰ ਦੇ ਅੰਦਰ ਅਸੀਂ ਬਚਨ ਪੜ੍ਹਦੇ ਹਾਂ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਓ। ਇਸੇ ਹੀ ਤਰ੍ਹਾਂ ਜਪਜੀ ਸਾਹਿਬ ਜੀ ਦੇ ਅੰਦਰ ਬਚਨ ਮਿਲਦੇ ਹਨ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਪਰਮਾਤਮਾ ਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ, ਪਰਮਾਤਮਾ ਨੂੰ ਬਣਾਇਆ ਨਹੀਂ ਜਾ ਸਕਦਾ, ਪਰਮਾਤਮਾ ਨੂੰ ਪੈਦਾ ਨਹੀਂ ਕੀਤਾ ਜਾ ਸਕਦਾ। ਪਰਮਾਤਮਾ ਆਪਣੇ ਆਪ ਤੋਂ ਹੈ, ਸੁੱਤੇ ਪ੍ਰਕਾਸ਼ ਹੈ ਅਤੇ ਆਪਣੀ ਰਚਨਾ ਉਸਨੇ ਆਪ ਕੀਤੀ ਹੈ। ਉਸ ਨੂੰ ਕਿਸੇ ਨੇ ਜਨਮ ਨਹੀਂ ਦਿੱਤਾ, ਉਸ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਦੂਸਰੇ ਨੰਬਰ 'ਤੇ ਉਸ ਨੇ ਇਸ ਸ੍ਰਿਸ਼ਟੀ ਦੀ ਕੁਦਰਤ ਦੀ ਰਚਨਾ ਕੀਤੀ ਅਤੇ ਇਸ ਦੀ ਰਚਨਾ ਕਰਕੇ ਅਤੇ ਇਸ ਦੇ ਵਿੱਚ ਪਰਮਾਤਮਾ ਪ੍ਰਵੇਸ਼ ਕਰ ਗਿਆ, ਆਸਣ ਜਮਾ ਕੇ ਅਤੇ ਇਸ ਸਾਰੇ ਸੰਸਾਰ ਨੂੰ ਚਲਾਉਣ ਲੱਗ ਪਿਆ। ਜਿਵੇਂ ਕਿ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਮਿਲਦੇ ਹਨ ਕਿ ਇਸ ਸੰਸਾਰ ਦੇ ਵਿੱਚ ਪਰਮਾਤਮਾ ਵਿਆਪਕ ਹੋ ਕੇ ਅਤੇ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ। ਇਹ ਸਾਰਾ ਸੰਸਾਰ ਪਰਮਾਤਮਾ ਦਾ ਘਰ ਹੈ, ਪਰਮਾਤਮਾ ਦਾ ਨਿਵਾਸ ਅਸਥਾਨ ਹੈ। ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਹਨ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਜਗਤ ਪਰਮਾਤਮਾ ਦਾ ਘਰ ਹੈ ਅਤੇ ਇਸ ਜਗਤ ਦੇ ਵਿੱਚ ਪਰਮਾਤਮਾ ਦਾ ਨਿਵਾਸ ਹੈ। ਉਹ ਪਰਮਾਤਮਾ ਡਰ ਤੋਂ ਰਹਿਤ ਹੈ, ਕਿਸੇ ਤੋਂ ਡਰਦਾ ਨਹੀਂ। ਆਸਾ ਕੀ ਵਾਰ ਦੇ ਅੰਦਰ ਸਤਿਗੁਰੂ ਜੀ ਨੇ ਸਮਝਾਇਆ ਹੈ, ਭੈ ਵਿੱਚ ਸੂਰਜ ਭੈ ਵਿੱਚ ਚੰਦ। ਇੱਥੋਂ ਤੱਕ ਕਿ ਇਹ ਧਰਤੀ ਵੀ ਡਰ ਦੇ ਅਧੀਨ ਹੈ, ਸੂਰਜ ਵੀ ਡਰ ਦੇ ਅਧੀਨ ਹੈ, ਚੰਦਰਮਾ, ਨਦੀਆਂ, ਨਾਲੇ, ਭਾਵ ਕਿ ਸਾਰਾ ਸੰਸਾਰ ਜਿਹੜਾ ਹੈ ਡਰ ਦੇ ਅਧੀਨ ਹੈ। ਜੇਕਰ ਡਰ ਤੋਂ ਰਹਿਤ ਹੈ ਅਤੇ ਉਹ ਕੇਵਲ ਅਤੇ ਕੇਵਲ ਇੱਕ ਪਰਮਾਤਮਾ, ਜਿਸ ਦੇ ਬਾਰੇ ਵਿੱਚ ਕਿਹਾ ਗਿਆ ਹੈ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਇਸ ਤੋਂ ਇਲਾਵਾ ਸਤਿਗੁਰੂ ਜੀ ਬਚਨ ਕਰ ਰਹੇ ਹਨ ਕਿ ਉਹ ਪਰਮਾਤਮਾ ਕਿਸੇ ਦੇ ਨਾਲ ਵੈਰ ਨਹੀਂ ਕਮਾਉਂਦਾ, ਕਿਸੇ ਦੇ ਨਾਲ ਵੈਰ ਨਹੀਂ ਪਾਲਦਾ, ਉਹ ਕਿਸੇ ਦੇ ਨਾਲ ਦੁਸ਼ਮਣੀ ਨਹੀਂ ਪਾਲਦਾ। ਇਹੋ ਜਿਹਾ ਪਰਮਾਤਮਾ ਜਿਹੜਾ ਹੈ ਉਸ ਦੇ ਉੱਤੇ ਸਮੇਂ ਦੀ ਕੋਈ ਪਾਬੰਦੀ ਨਹੀਂ ਹੈ, ਸਮੇਂ ਦਾ ਕੋਈ ਅਸਰ ਨਹੀਂ ਹੈ, ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈ। ਬਾਕੀ ਸਾਰਾ ਸੰਸਾਰ ਜਿਹੜਾ ਹੈ ਸਮੇਂ ਦੇ ਵਿੱਚ ਬੱਝਾ ਹੋਇਆ ਹੈ। ਕਾਲ ਪਾਏ ਬ੍ਰਹਮਾ ਬਪ ਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਸਾਰਾ ਸੰਸਾਰ ਜਿਹੜਾ ਹੈ ਸਮੇਂ ਦੇ ਵਿੱਚ ਬੱਝਾ ਹੋਇਆ ਹੈ। ਜਿਵੇਂ ਇੱਕ ਬੀਜ ਹੈ, ਜ਼ਮੀਨ ਦੇ ਵਿੱਚ ਬੀਜਿਆ ਜਾਂਦਾ ਹੈ, ਪ੍ਰਫੁੱਲਤ ਹੁੰਦਾ ਹੈ, ਉੱਗਦਾ ਹੈ, ਪੌਦਾ ਬਣਦਾ ਹੈ, ਸਹਿਜੇ ਸਹਿਜੇ ਵੱਡਾ ਹੁੰਦਾ ਹੈ, ਸਮਾਂ ਬੀਤਣ ਦੇ ਨਾਲ ਉਹ ਗਲ ਸੜ ਜਾਂਦਾ ਹੈ। ਇਸੇ ਹੀ ਤਰ੍ਹਾਂ ਲੋਹਾ ਕਠੋਰ ਧਾਤ ਹੈ, ਸਮਾਂ ਬੀਤਣ ਦੇ ਨਾਲ ਉਹ ਵੀ ਗਲ ਸੜ ਜਾਂਦਾ ਹੈ। ਪੱਥਰ ਵੀ ਕਠੋਰ ਹੁੰਦਾ ਹੈ, ਸਮਾਂ ਬੀਤਣ ਦੇ ਨਾਲ ਉਹ ਵੀ ਇੱਕ ਦਿਨ ਗਲ ਸੜ ਜਾਂਦਾ ਹੈ। ਪਰ ਪਰਮਾਤਮਾ ਦੇ ਉੱਤੇ ਸਮੇਂ ਦਾ ਕੋਈ ਅਸਰ ਨਹੀਂ, ਸਮੇਂ ਦਾ ਕੋਈ ਪ੍ਰਭਾਵ ਨਹੀਂ। ਨਾ ਤਾਂ ਉਹ ਜੰਮਦਾ ਹੈ ਅਤੇ ਨਾ ਹੀ ਉਹ ਮਰਦਾ ਹੈ, ਅਤੇ ਨਾ ਹੀ ਉਸ ਨੂੰ ਬਚਪਨ ਹੈ, ਨਾ ਹੀ ਉਸ ਨੂੰ ਜਵਾਨੀ ਹੈ। ਉਹ ਸਦਾ ਇੱਕੋ ਜਿਹਾ ਹੀ ਰਹਿੰਦਾ ਹੈ। ਅਜੂਨੀ, ਉਹ ਦੁਨੀਆ ਦੇ ਚੱਕਰ ਵਿੱਚ ਨਹੀਂ ਪੈਂਦਾ, ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ। ਸਹਿਭੰਗ, ਉਹ ਸੁੱਤੇ ਪ੍ਰਕਾਸ਼ ਹੈ, ਉਸ ਨੂੰ ਕਿਸੇ ਨੇ ਜਨਮ ਨਹੀਂ ਦਿੱਤਾ, ਕਿਸੇ ਨੇ ਪੈਦਾ ਨਹੀਂ ਕੀਤਾ, ਉਹ ਆਪਣੇ ਆਪ ਤੋਂ ਹੈ। ਇਹੋ ਜਿਹਾ ਪਰਮਾਤਮਾ ਗੁਰੂ ਦੇ ਰਾਹੀਂ ਪ੍ਰਾਪਤ ਹੁੰਦਾ ਹੈ, ਗੁਰੂ ਦੇ ਰਾਹੀਂ ਮਿਲਦਾ ਹੈ। ਇੱਥੇ ਅੱਗੇ 2 ਡੰਡੀਆਂ ਕਰਕੇ ਮੂਲ ਮੰਤਰ ਦੀ ਸਮਾਪਤੀ ਕੀਤੀ ਗਈ ਹੈ। ਇਸ ਤੋਂ ਅੱਗੇ ਸ਼ਬਦ ਹੈ ਜਪ। ਜਪ ਦਾ ਅਰਥ ਹੈ ਕਿ ਇਹ ਬਾਣੀ ਜੋ ਅੱਗੇ ਆਉਣ ਵਾਲੀ ਹੈ, ਇਸ ਨੂੰ ਅਸੀਂ ਸਤਿਕਾਰ ਦੇ ਨਾਲ ਜਪ ਜੀ ਸਾਹਿਬ ਕਰਕੇ ਪੁਕਾਰਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਜ਼ਕਰੇ ਦੇ ਅੰਦਰ ਇਸ ਬਾਣੀ ਦਾ ਨਾਮ ਜਿਹੜਾ ਹੈ ਉਹ ਜਪ ਹੀ ਮਿਲਦਾ ਹੈ। ਇਸ ਤੋਂ ਇਲਾਵਾ ਰਹਿਤਨਾਮਿਆਂ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ, ਜਪ ਜਾਪ ਪੜ੍ਹੈ ਬਿਨਾ ਜੋ ਜੀਵੈ ਪ੍ਰਸਾਦ, ਸੋ ਵਿਸ਼ਟਾ ਕਾ ਕੀਟ ਹੋਏ
ਜਨਮ ਗਵਾਵੈ ਬਾਤ। ਜਾਪ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਜਪ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ, ਜਿਸ ਨੂੰ ਅਸੀਂ ਜਪ ਜੀ ਸਾਹਿਬ ਕਹਿ ਕੇ ਪੁਕਾਰਦੇ ਹਾਂ। ਜਪ ਦਾ ਅਰਥ ਹੈ ਸਿਮਰਨ। ਇਸ ਤੋਂ ਅੱਗੇ ਮੰਗਲਾਚਰਨ ਵਜੋਂ ਸ਼ਲੋਕ ਹੈ। ਸੋ ਇਹ ਸ਼ਲੋਕ ਜਿਹੜਾ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ ਵੀ ਥੋੜ੍ਹੇ ਅੰਤਰਾਲ ਦੇ ਨਾਲ ਮਿਲਦਾ ਹੈ, ਜੋ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਕੁਝ ਸੰਪਰਦਾਈ ਲੋਕ ਉਸ ਸ਼ਲੋਕ ਨੂੰ ਬਾਬਾ ਸ੍ਰੀ ਚੰਦ ਜੀ ਦਾ ਉਚਾਰਨ ਕੀਤਾ ਹੋਇਆ ਦੱਸਦੇ ਹਨ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੁੱਲ 35 ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ। ਸੋ ਉਹਨਾਂ 35 ਮਹਾਂਪੁਰਸ਼ਾਂ ਦੇ ਵਿੱਚੋਂ 15 ਭਗਤ ਹਨ, 3 ਗੁਰਸਿੱਖ ਹਨ, 6 ਗੁਰੂ ਸਾਹਿਬਾਨ ਹਨ ਅਤੇ 11 ਭੱਟ ਹਨ। ਸੋ ਇਹ ਸ਼ਲੋਕ ਜਿਹੜਾ ਹੈ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਆਦਿ ਤੋਂ ਭਾਵ ਹੈ ਮੁੱਢ, ਸ਼ੁਰੂਆਤ। ਇਸ ਜਗਤ ਦੀ ਸ਼ੁਰੂਆਤ ਹੋਈ, ਜਗਤ ਦੀ ਰਚਨਾ ਹੋਈ, ਪਰਮਾਤਮਾ ਉਸ ਵਕਤ ਵੀ ਮੌਜੂਦ ਸੀ ਅਤੇ ਉਹ ਸਦੀਵੀ ਹੋਣ ਵਾਲਾ ਹੈ। ਜੁਗਾਦ ਤੋਂ ਭਾਵ ਕਿ ਜਦੋਂ ਯੁਗਾਂ ਦੀ ਆਰੰਭਤਾ ਹੋਈ, ਪਰਮਾਤਮਾ ਉਸ ਵਕਤ ਵੀ ਸੀ। ਹੈ ਭੀ ਸੱਚ ਦਾ ਅਰਥ ਹੈ ਕਿ ਹੁਣ ਵਰਤਮਾਨ ਸਮੇਂ ਦੇ ਵਿੱਚ ਵੀ ਪਰਮਾਤਮਾ ਮੌਜੂਦ ਹੈ। ਨਾਨਕ ਹੋਸੀ ਭੀ ਸੱਚ, ਸਤਿਗੁਰੂ ਜੀ ਬਚਨ ਕਰ ਰਹੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਵੀ ਪਰਮਾਤਮਾ ਰਹੇਗਾ। ਸਾਰਾ ਸੰਸਾਰ ਬਿਨਸਨਹਾਰ ਹੈ, ਪਰ ਪਰਮਾਤਮਾ ਅਬਿਨਾਸ਼ੀ ਹੈ, ਜੋ ਕਦੇ ਵੀ ਨਾਸ਼ ਨਹੀਂ ਹੁੰਦਾ। ਉਹ ਸੰਸਾਰ ਦੀ ਰਚਨਾ ਤੋਂ ਪਹਿਲਾਂ ਵੀ ਸੀ ਅਤੇ ਅੱਜ ਵੀ ਹੈ, ਅਤੇ ਜਦੋਂ ਇਹ ਸੰਸਾਰ ਨਹੀਂ ਰਹੇਗਾ, ਪਰਮਾਤਮਾ ਉਦੋਂ ਵੀ ਰਹੇਗਾ।